ਵਾਹਿਗੁਰੂ जी का खालसा वाहिगुरू जी की फतेह। इतिहास की लड़ी ਨੂੰ ਜੋੜਦਿਆਂ ਹੋਇਆਂ ਅਸੀਂ ਪਿੰਡ ਪਹੁੰਚੇ ਹਾਂ ਖੇੜੀ, ਜਿਹੜਾ ਗੰਗੂ ਦਾ ਆਪਣਾ ਪਿੰਡ ਹੈ। ਜਿਹੜਾ ਗੰਗੂ ਇਸ ਪਿੰਡ ਦਾ ਰਹਿਣ ਵਾਲਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਵੇਲੇ ਸਰਹੰਦ ਨੂੰ ਫਤਿਹ ਕੀਤਾ ਉਹਦੇ ਨਾਲ ਇਸ ਪਿੰਡ ਸਹੇੜੀ ਨੂੰ ਉਜਾੜਿਆ ਤੇ ਉਸ ਵੇਲੇ ਇਸ ਪਿੰਡ ਦਾ ਜਿਹੜਾ ਨਾਮ ਸੀ ਉਹ ਸਹੇੜੀ ਉਹ ਖੇੜੀ ਪਿਆ। ਉਸ ਤੋਂ ਬਾਅਦ ਵਿੱਚ ਦੁਬਾਰਾ ਜਦੋਂ ਇਸ ਪਿੰਡ ਨੂੰ ਵਸਾਇਆ ਗਿਆ ਤੇ ਇਸ ਪਿੰਡ ਦਾ ਨਾਮ ਜਿਹੜਾ ਹੈ ਖੇੜੀ ਬਣਿਆ ਹੈ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਤੋਂ ਬਾਅਦ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਜਿਹੜਾ ਸੀ ਗੰਗੂ ਬ੍ਰਾਹਮਣ ਉਹ ਇਸ ਆਪਣੇ ਨਗਰ ਦੇ ਵਿੱਚ ਆਪਣੇ ਘਰ ਦੇ ਵਿੱਚ ਲੈ ਕੇ ਆਇਆ ਸੀ, ਜਿੱਥੇ ਉਹਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੱਟੀ ਹੈ ਤੇ ਇੱਥੋਂ ਹੀ ਅੱਗੇ ਗ੍ਰਿਫਤਾਰੀ ਹੋ ਕੇ ਫਿਰ ਮਰਿੰਡੇ ਕੋਤਵਾਲੀ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਆਓ ਇਸ ਇਤਿਹਾਸਿਕ ਸਥਾਨ ਤੇ ਕਰਦੇ ਹਾਂ ਦਰਸ਼ਨ ਤੇ ਜਾਣੂ ਕਰਵਾਉਂਦੇ ਹਾਂ ਇੱਥੋਂ ਦੇ ਇਤਿਹਾਸ ਦੇ ਨਾਲ। ਸਾਧ ਸੰਗਤ ਜੀ, ਜਿਸ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਅਸਥਾਨ ਹੈ ਜਿਹੜਾ ਗੰਗੂ ਦਾ ਘਰ ਸੀ, ਜਿੱਥੇ ਗੰਗੂ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਦੇ ਵਿੱਚ ਇੱਥੇ ਲੈ ਕੇ ਆਉਂਦਾ ਹੈ। ਸ਼ਾਮ ਦੇ ਸਮੇਂ ਜਦੋਂ ਇੱਥੇ ਸਹੇੜੀ ਪਿੰਡ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਜਿਸ ਵੇਲੇ ਇੱਥੇ ਪਹੁੰਚੇ ਸੀ ਤੇ ਗੰਗੂ ਨੇ ਉਸ ਵੇਲੇ ਆਪਣੀ ਘਰਵਾਲੀ ਦੇ ਨਾਲ ਜਦੋਂ ਪ੍ਰਸ਼ਾਦਾ ਤਿਆਰ ਕਰਕੇ ਤੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅੱਗੇ ਰੱਖਿਆ ਤੇ ਛੋਟੇ ਸਾਹਿਬਜ਼ਾਦੇ ਨੇ ਜਿਹੜੇ ਉਸ ਵੇਲੇ ਬਚਨ ਕਹੇ ਸੀ ਇਤਿਹਾਸ ਦੇ ਵਿੱਚ ਉਹ ਲਿਖੇ ਮਿਲਦੇ ਨੇ, ਉਹ ਐਸੋ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ। ਦੁਨਾ ਸਿੰਘ ਹੰਡੋਰੀਆ ਲਿਖਦੇ ਨੇ ਕਿ ਰੋਟੀ ਇੰਨੀ ਕੁ ਜ਼ਿਆਦਾ ਮਾੜੀ ਬਣਾ ਕੇ ਲੈ ਕੇ ਆਇਆ ਸੀ ਗੰਗੂ ਤੇ ਸਾਹਿਬਜ਼ਾਦੇ ਇਹ ਆਖ ਰਹੇ ਸੀ ਮਾਤਾ ਜੀ ਕਿ ਸਾਡੇ ਘਰ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਪਕਵਾਨ ਪੱਕਦੇ ਸੀ ਤੇ ਗੰਗੂ ਆਪ ਪਕਾਉਂਦਾ ਸੀ ਤੇ ਦੇਖਦਾ ਵੀ ਸੀ, ਪਰ ਅੱਜ ਗੰਗੂ ਇਹੋ ਜਿਹੀ ਰੋਟੀ ਬਣਾ ਕੇ ਸਾਡੇ ਵਾਸਤੇ ਲੈ ਕੇ ਆਇਆ ਹੈ ਕਿ ਸਾਡੇ ਘਰ ਦੇ ਵਿੱਚ ਤਾਂ ਕਾਵਾਂ ਤੇ ਕੁੱਤਿਆਂ ਨੂੰ ਵੀ ਇਹੋ ਜਿਹੀ ਰੋਟੀ ਜਿਹੜੀ ਸੀ ਉਹ ਪਾਈ ਨਹੀਂ ਕਦੀ ਵੀ ਗਈ। ਉਹ ਐਸੋ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ। ਮਾਤਾ ਜੀ ਨੇ ਉਸ ਵੇਲੇ ਆਪਣੀ ਖੁਰਜੀ ਜਿਹੜੀ ਉਹਨਾਂ ਦੇ ਕੋਲ ਸੀ ਉਸ ਵੇਲੇ ਜਿੰਦੇ ਵਿੱਚ ਕੁਝ ਪੈਸੇ ਜਾਂ ਕੁਝ ਮੋਹਰਾਂ ਕਹੀਆਂ ਜਾ ਸਕਦੀਆਂ ਨੇ, ਮਾਤਾ ਗੁਜਰੀ ਜੀ ਨੇ ਉਹ ਖੁਰਜੀ ਦੇ ਵਿੱਚੋਂ ਕੁਝ ਮੋਹਰਾਂ ਕੁਝ ਪੈਸੇ ਕੱਢ ਕੇ ਗੰਗੂ ਨੂੰ ਦਿੱਤੇ ਤੇ ਉਹਨੂੰ ਇਹ ਨਾਲ ਬਚਨ ਕਹੇ ਸੀ ਕਿ ਬੇਟਾ ਗੰਗੂ ਦੇਖ ਬੱਚੇ ਛੋਟੇ ਨੇ ਭੁੱਖੇ ਨੇ, ਪਰ ਇਹਨਾਂ ਦੀ ਜਿਹੜੀ ਹੈ ਭੁੱਖ ਇਸ ਰੋਟੀ ਦੇ ਨਾਲ ਨਹੀਂ, ਕੁਝ ਮਿੱਠਾ ਜਿਹੜਾ ਹੈ ਇਹਨਾਂ ਦੇ ਵਾਸਤੇ ਬਾਜ਼ਾਰ ਤੋਂ ਮੰਗਵਾ ਕੇ ਲਿਆਓ। ਗੰਗੂ ਉਸ ਵੇਲੇ ਜਦੋਂ ਪੈਸੇ ਮਾਤਾ ਜੀ ਨੇ ਖੁਰਜੀ ਦੇ ਵਿੱਚੋਂ ਕੱਢੇ ਉਹ ਪੈਸੇ ਪਕੜ ਕੇ ਲੈ ਕੇ ਤਾਂ ਗਿਆ, ਪਰ ਨਾਲ ਹੀ ਉਹਨੇ ਖੁਰਜੀ ਵੀ ਦੇਖੀ ਤੇ ਮਨ ਦੇ ਵਿੱਚ ਉਸ ਖੁਰਜੀ ਦੇ ਕਰਕੇ ਲਾਲਚ ਪੈਦਾ ਹੋ ਗਿਆ। ਗੰਗੂ ਉਸ ਰਾਤ ਜਿਹੜਾ ਹੈ ਪ੍ਰਸ਼ਾਦੇ ਦੀ ਥਾਂ ਤੇ ਬੱਚਿਆਂ ਨੇ ਜਿਹੜਾ ਹੈ ਲਿਆਂਦੇ ਹੋਏ ਪਤਾਸਿਆਂ ਨੂੰ ਛਕਿਆ। ਰਾਤ ਦਾ ਸਮਾਂ ਹੋਇਆ, ਕਹਿੰਦੇ ਨੇ ਚੁਬਾਰੇ ਦੇ ਵਿੱਚ ਗੰਗੂ ਦੇ ਘਰ ਦੇ ਉੱਪਰ ਇੱਕ ਚੁਬਾਰਾ ਹੈ ਤੇ ਉਸ ਚੁਬਾਰੇ ਦੇ ਵਿੱਚ ਗੰਗੂ ਨੇ ਸਤਿਗੁਰੂ ਮਹਾਰਾਜ ਜੀ ਦੀ ਮਾਤਾ ਦੇ ਵਾਸਤੇ ਇੱਕ ਜਿਹੜਾ ਮੰਜਾ ਸੀ ਉਹਦੇ ਉੱਤੇ ਮਾਤਾ ਜੀ ਲੇਟੇ ਹੋਏ ਨੇ, ਸੱਜੇ ਤੇ ਖੱਬੇ ਦੋਨੋਂ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਲੇਟੇ ਨੇ। ਮਨ ਦੇ ਵਿੱਚ ਕਹਿੰਦੇ ਇਤਿਹਾਸਕਾਰ ਲਿਖਦੇ ਨੇ ਕਿ ਬੱਚੇ ਇਵੇਂ ਆਪਣੇ ਆਪ ਦੇ ਨਾਲ ਗੱਲਾਂ ਕਰਦੇ ਪਏ ਸੀ ਕਿ ਸੋਚਦੇ ਨੇ ਕਿ ਦਾਦੀ ਸ਼ਾਇਦ ਸੌਂ ਚੁੱਕੇ ਆ ਤੇ ਗੱਲਾਂ ਕਰਦੇ ਨੇ। ਕਹਿਣ ਲੱਗੇ ਰਨ ਸੇ ਜਬ ਜੀਤ ਕਰ ਅਜੀਤ ਆਏਂਗੇ जुजार भी संग तशरीफ लाएंगे ਤੇ ਕਹਿਣ ਲੱਗੇ ਹਮ ਉਨਸੇ ਰੂਠ ਜਾਏਂਗੇ। ਤੇ ਬੱਚੇ ਆਪਸ ਦੇ ਵਿੱਚ ਗੱਲਾਂ ਕੀ ਕਰਦੇ ਆ, ਕਹਿਣ ਲੱਗੇ ਕਿ ਜਦੋਂ ਵੱਡੇ ਵੀਰ ਜੀ ਬਾਬਾ ਅਜੀਤ ਸਿੰਘ ਜੀ ਜਿਹੜੇ ਆ ਉਹ ਜੰਗ ਦੇ ਵਿੱਚੋਂ ਜਿੱਤ ਕਰਕੇ ਆਉਣਗੇ ਵਾਪਸ। ਹੁਣ ਬੱਚਿਆਂ ਦੀ ਦੇਖੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿੰਨੀ ਕਿਰਪਾ ਕਿ ਇੰਨੀ ਵੱਡੀ ਮਾਨਸਿਕਤਾ ਹੈ ਕਿ ਇਹ ਮਨ ਦੇ ਵਿੱਚ ਉਹਨਾਂ ਦੇ ਭਰਿਆ ਗਿਆ ਕਿ ਸਿੱਖ ਕਦੀ ਵੀ ਹਾਰਦਾ ਨਹੀਂ, ਸਿੱਖ ਹਮੇਸ਼ਾ ਹੀ ਜਿੱਤਦਾ ਹੈ। ਤੇ ਬੱਚੇ ਆਪਸ ਦੇ ਵਿੱਚ ਬਾਬੇ ਸਾਡੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਪਸ ਦੇ ਵਿੱਚ ਗੱਲਾਂ ਇਹ ਕਰਦੇ ਆ ਕਿ ਜਦੋਂ ਵੱਡੇ ਵੀਰ ਜੀ ਜਿੱਤ ਕੇ ਜੰਗ ਦੇ ਵਿੱਚੋਂ ਆਉਣਗੇ, ਵੀਰ ਜੁਝਾਰ ਸਿੰਘ ਜੀ ਨਾਲ ਉਹਨਾਂ ਦੇ ਆਉਣਗੇ ਤੇ ਅਸੀਂ ਉਹਨਾਂ ਦੇ ਨਾਲੋਂ ਰੁੱਸ ਜਾਵਾਂਗੇ। ਤੇ ਕਹਿਣ ਲੱਗੇ ਆਪਸ ਦੇ ਵਿੱਚ ਗੱਲਾਂ ਕੀ ਕੀਤੀਆਂ। ਯੋਗੀ ਅੱਲਾ ਯਾਰ ਖਾਂ ਕਹਿੰਦਾ ਏ ਕਭੀ ਅੱਬਾ ਕਭੀ ਮਾਂ ਕਭੀ ਭਈਆ ਮਨਾਏਂਗੇ। ਤੇ ਕਹਿੰਦੇ ਜਦੋਂ ਸਾਨੂੰ ਮਾਤਾ ਜੀ ਪਿਤਾ ਜੀ ਤੇ ਸਾਡੇ ਭਰਾ ਮਨਾਉਣਗੇ, ਕਹਿੰਦੇ ਅਸੀਂ ਉੱਥੇ ਫਿਰ ਰੁੱਸਾਂਗੇ, ਅਸੀਂ ਮੰਨਾਂਗੇ ਨਹੀਂ। ਤੇ ਕਹਿੰਦੇ ਫਿਰ ਜਦੋਂ ਮੰਨਾਂਗੇ ਇੱਕ ਸ਼ਰਤ ਕਵਾਂਗੇ ਕਿ ਅੱਜ ਤੋਂ ਬਾਅਦ ਤੁਸੀਂ ਸਾਨੂੰ ਕਦੇ ਛੱਡ ਕੇ ਨਹੀਂ ਜਾਓਗੇ।
ਤੇ ਦਾਦੀ ਮਾਂ ਦੋਨਾਂ ਹੀ ਬੱਚਿਆਂ ਨੂੰ ਉੱਠ ਕੇ ਆਪਣੇ ਸੀਨੇ ਦੇ ਨਾਲ ਲਗਾਉਂਦੀ ਏ ਤੇ ਮਨ ਦੇ ਵਿੱਚ ਇਹ ਸੀ ਕਿ ਪਤਾ ਨਹੀਂ ਅੱਜ ਦੇ ਵਿਛੜੇ ਹੁਣ ਕਦੀ ਮੇਲ ਹੋਵੇਗਾ ਕਿ ਨਹੀਂ ਹੋਵੇਗਾ, ਪਰ ਜੇਕਰ ਮੇਲ ਹੋਇਆ ਵੀ ਤੇ ਉਹ ਸੱਚਖੰਡ ਦੇ ਵਿੱਚ ਜਾ ਕੇ ਹੀ ਹੋਣਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਪੁੱਤਰਾਂ ਨੇ, ਮਾਤਾ ਗੁਜਰੀ ਜੀ ਨੇ ਇਸ ਅਸਥਾਨ ਦੇ ਉੱਪਰ ਫਿਰ 8 ਤੇ 9 ਪੋਹ ਦੀ ਜਿਹੜੀ ਰਾਤ ਹੈ ਉਹ ਘਟਨਾ ਕੀਤੀ ਹੈ। ਸੋ ਇਹ ਅਸਥਾਨ ਜਿਹੜਾ ਅਸੀਂ ਪਿੱਛੇ ਦੇਖਦੇ ਪਏ ਹਾਂ, ਗੁਰਦੁਆਰਾ ਸਾਹਿਬ ਜੀ ਦੀ ਇਮਾਰਤ, ਇਹ ਅਜੇ ਇਹਦੀ ਤਿਆਰੀ ਜਿਹੜੀ ਹੈ ਉਹ ਚੱਲਦੀ ਪਈ ਹੈ, ਨਵੀਂ ਇਮਾਰਤ ਇੱਥੇ ਬਣਦੀ ਪਈ ਹੈ। ਸੋ ਪੁਰਾਤਨ ਜਿਹੜਾ ਅਸਥਾਨ ਸੀ ਉਹ ਬਿਲਕੁਲ ਇਸ ਇਮਾਰਤ ਦੇ ਥੱਲੜੇ ਪਾਸੇ ਉਹ ਬੇਸਮੈਂਟ ਦੇ ਵਿੱਚ ਅੱਜ ਵੀ ਉਹ ਮੌਜੂਦ ਹੈ। ਸੋ ਇਹ ਨਵੀਂ ਇਮਾਰਤ ਬਣ ਰਹੀ, ਇਹਦੇ ਆਓ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਤੇ ਬਾਕੀ ਦਾ ਇਤਿਹਾਸ ਕਿ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਕਿਵੇਂ ਇੱਥੋਂ ਗ੍ਰਿਫਤਾਰੀ ਹੁੰਦੀ ਹੈ ਤੇ ਕਿਵੇਂ ਅਗਲੇ ਪੜਾਅ ਦੇ ਵਿੱਚ ਉਹ ਮਰਿੰਡੇ ਪਹੁੰਚਦੇ ਨੇ ਕੋਤਵਾਲੀ ਦੇ ਅੰਦਰ। ਆਓ ਤੁਹਾਨੂੰ ਕਰਾਉਣੇ ਹਾਂ ਇਸ ਅਸਥਾਨ ਦੇ ਦਰਸ਼ਨ। ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਘੜੀਆਂ ਵੇ, ਕਿਉਂ ਲਵਾਈਆਂ ਲਾਲਾ ਨੂੰ ਹੱਥ ਕੜੀਆਂ ਵੇ, ਕਿਉਂ ਲਵਾਈਆਂ ਲਾਲਾ ਨੂੰ ਹੱਥ ਕੜੀਆਂ ਵੇ, ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਘੜੀਆਂ ਵੇ, ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਘੜੀਆਂ ਵੇ, ਕਿਉਂ ਲਵਾਈਆਂ ਲਾਲਾ ਨੂੰ ਹੱਥ ਕੜੀਆਂ ਵੇ, ਕਿਉਂ ਲਵਾਈਆਂ ਲਾਲਾ ਨੂੰ ਹੱਥ ਕੜੀਆਂ ਵੇ। ਓਏ ਗੰਗੂ ਪਾਪੀਆ ਵੇ ਹੱਤਿਆਰਿਆ, ਓਏ ਗੰਗੂ ਪਾਪੀਆ ਵੇ ਹੱਤਿਆਰਿਆ। ਦੋ ਦਿਨ ਕੱਟਣ ਆਏ ਤੇਰੇ ਦੁਆਰੇ ਤੇ, ਦੋ ਦਿਨ ਕੱਟਣ ਆਏ ਤੇਰੇ ਦੁਆਰੇ ਵੇ, ਉਜੜੇ ਫਿਰਦੇ ਏ ਕਿਸਮਤ ਦੇ ਮਾਰੇ ਵੇ, ਉਜੜੇ ਫਿਰਦੇ ਏ ਕਿਸਮਤ ਦੇ ਮਾਰੇ ਵੇ। ਮਾਤਾ ਗੁਜਰੀ ਜੀ ਨੂੰ ਚੁੱਪ ਦੇਖ ਕੇ ਗੰਗੂ ਕਹਿਣ ਲੱਗਾ, ਆਪ ਪੂਰੀ ਤਸੱਲੀ ਰੱਖੋ। ਜੋ ਥੋੜ੍ਹਾ ਜਿਹਾ ਸਮਾਨ ਸੀ ਇੱਕ ਖੱਚਰ 'ਤੇ ਲਦਵਾ ਕੇ ਗੰਗੂ ਦੇ ਨਾਲ ਮਾਤਾ ਜੀ ਉਸ ਦੇ ਪਿੰਡ ਵੱਲ ਚੱਲ ਪਏ। ਦੋਵੇਂ ਸਾਹਿਬਜ਼ਾਦੇ ਨਾਲ ਪੈਦਲ ਚੱਲਦੇ ਗਏ। ਕਦੇ ਕਦੇ ਮਾਤਾ ਜੀ ਦੇ ਕੋਲੋਂ ਦੋਵੇਂ ਸਾਹਿਬਜ਼ਾਦੇ ਗੁਰੂ ਪਿਤਾ ਅਤੇ ਭਰਾਵਾਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਬਾਰੇ ਵੀ ਪੁੱਛ ਲੈਂਦੇ। ਸਫ਼ਰ ਕਰਦੇ ਕਰਦੇ ਸ਼ਾਮ ਪੈ ਗਈ। ਖੇੜੀ ਪਿੰਡ ਪੁੱਜ ਕੇ ਗੰਗੂ ਦੇ ਘਰ ਟਿਕਾਣਾ ਕੀਤਾ। ਆਪਣੇ ਨਾਲ ਲਿਆਂਦਾ ਸਾਮਾਨ ਮਾਤਾ ਜੀ ਨੇ ਇੱਕ ਵੱਖਰੇ ਕਮਰੇ ਵਿੱਚ ਟਿਕਾ ਦਿੱਤਾ। ਦੋਵੇਂ ਸਾਹਿਬਜ਼ਾਦਿਆਂ ਦੇ ਕੱਪੜੇ ਬਦਲਵਾਏ ਤੇ ਬਿਸਤਰਾ ਠੀਕ ਕੀਤਾ। ਤਿੰਨਾਂ ਨੇ ਰਲ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਫਿਰ ਦੋਹਾਂ ਸਾਹਿਬਜ਼ਾਦਿਆਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਮਾਤਾ ਜੀ ਨੇ ਪਿਆਰ ਕੀਤਾ, ਅਸੀਸ ਦਿੱਤੀ ਤੇ ਆਪਣੀ ਛਾਤੀ ਨਾਲ ਲਗਾ ਕੇ ਆਰਾਮ ਕਰਨ ਲਈ ਲੇਟ ਗਏ। ਰਾਤ ਨੂੰ ਪੋਲੇ ਪੋਲੇ ਕਦਮ ਰੱਖਦਾ ਗੰਗੂ ਉਹਨਾਂ ਦੇ ਕਮਰੇ ਦੇ ਵਿੱਚ ਆਇਆ। ਮਾਤਾ ਜੀ ਨੂੰ ਸੁੱਤਾ ਦੇਖ ਕੇ ਮੰਜੀ ਥੱਲੇ ਪਈ ਖੁਰਜੀ ਨੂੰ ਹੌਲੀ ਹੌਲੀ ਫਰੋਲ ਫਰਾਲ ਕੇ ਉਸ ਦੇ ਵਿੱਚੋਂ ਮੋਹਰਾਂ ਦੀ ਥੈਲੀ ਕੱਢ ਕੇ ਚੁੱਪਚਾਪ ਬਾਹਰ ਚਲਾ ਗਿਆ। ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤਾ। ਗੰਗੂ ਦੇ ਅੰਦਰ ਆਉਣ ਦਾ ਝੌਲਾ ਪਿਆ। ਦੱਬੇ ਪੈਰੀਂ ਬਾਹਰ ਜਾਣ ਦਾ ਵੀ ਪਤਾ ਲੱਗ ਗਿਆ, ਪਰ ਮਾਤਾ ਜੀ ਨੇ ਉਸ ਵੇਲੇ ਕੁਝ ਨਾ ਕਿਹਾ। ਸਾਧ ਸੰਗਤ ਜੀ, ਅੱਜ ਸਾਡੇ ਨਾਲ ਇਸ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਜੀ ਖਾਲਸਾ, ਜੋ ਇਸ ਸਥਾਨ ਦੀ ਗੁਰਦੁਆਰਾ ਅਟਕ ਸਾਹਿਬ ਜੀ ਦਾ ਇਸ ਸਥਾਨ ਦਾ ਨਾਮ ਹੈ, ਸੋ ਉਹਨਾਂ ਦੇ ਮੁੱਖ ਸੇਵਾਦਾਰ ਨੇ ਸਾਡੇ ਨਾਲ ਜੁੜੇ ਨੇ ਤੇ ਆਓ ਜਾਣਦੇ ਹਾਂ ਇੱਥੋਂ ਦੇ ਇਤਿਹਾਸ ਬਾਰੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਇਹ ਸਥਾਨ ਦੇ ਉੱਤੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਦਾ ਜਿਹੜਾ ਸੀ ਮਾਤਾ ਗੁਜਰੀ ਜੀ ਨੇ ਸਮਾਂ ਗੁਜ਼ਾਰਿਆ ਹੈ ਤੇ ਗੰਗੂ ਜਿਹੜਾ ਸੀ ਉਹ ਆਪਣੇ ਘਰ ਦੇ ਵਿੱਚ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਗ੍ਰਿਫਤਾਰੀ ਦਾ ਮਾਹੌਲ ਕਿਵੇਂ ਬਣਦਾ ਹੈ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਕਿਵੇਂ ਇਸ ਨਗਰ ਦੇ ਵਿੱਚੋਂ ਲੈ ਕੇ ਗਏ ਸੀ, ਇਹ ਤੁਸੀਂ ਦੱਸਣਾ ਕਰੋ ਜੀ। ਇਸ ਨਗਰ ਤੋਂ ਜੀ ਗੰਗੂ ਬ੍ਰਹਮਣ ਨੇ ਜਾ ਕੇ ਮਰਿੰਡੇ ਕੋਤਵਾਲੀ ਸਾਹਿਬ, ਕੋਤਵਾਲ ਥਾਣਾ ਦਾ ਹੁੰਦਾ ਸੀ ਜੀ, ਉੱਥੇ
ਉਦੋਂ ਜਾਨੀ ਖਾਂ ਮਾਨੀ ਖਾਂ ਨੂੰ ਨਾਲ ਜਾ ਕੇ ਉੱਥੇ ਸ਼ਿਕਾਇਤ ਕਰਕੇ ਉਹਨੂੰ ਨਾਲ ਲੈ ਕੇ ਆਇਆ, ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਫਿਰ ਮਰਿੰਡੇ ਕੋਤਵਾਲੀ ਲੈ ਕੇ ਗਏ ਸੀ। ਇਸ ਅਸਥਾਨ ਦੇ ਉੱਪਰ ਜਦੋਂ ਉਹਨਾਂ ਨੇ ਰਾਤ ਬਤੀਤ ਕੀਤੀ ਤੇ ਉਹ ਰਾਤ ਦਾ ਸਮਾਂ ਗੁਰੂ ਸਾਹਿਬ ਤੋਂ ਵਿਛੜਿਆ ਹੋਇਆ ਇੱਕ ਰਾਤ ਗੁਜ਼ਾਰੀ ਸੀ, ਉਹ ਸਮਾਂ ਕਿਵੇਂ ਇੱਥੇ ਬਤੀਤ ਹੋਇਆ ਮਨ ਦੇ? ਉਹ ਰਾਤ ਜੀ ਆ ਪਿੱਛੇ ਕੋਠੜੀ ਆਈ ਜਿਹੜੀ ਇਸ ਵਿੱਚ ਰਾਤ ਰਹੇ ਤੇ ਗੰਗੂ ਬ੍ਰਾਹਮਣ ਸ਼ਾਇਦ ਕਿਹੜੀ ਨੀਤ ਨਾਲ ਲਿਆ, ਪਹਿਲਾਂ ਇੱਥੇ ਵਿਗੜ ਗਿਆ, ਮਾਇਆ ਦੇਖ ਕੇ ਉਹਨੂੰ ਉਹਦੇ ਮਨ 'ਚ ਕਪਟ ਆ ਗਿਆ ਜੀ। ਹਾਂ ਜੀ, ਖੁਰਜੀ ਦੇਖ ਕੇ ਉਸ ਦੇ ਮਨ 'ਚ ਫਿਰ ਪਾਪ ਆ ਗਿਆ। ਉਹਨੇ ਜਾ ਕੇ ਜਾਨੀ ਖਾਂ ਮਾਨੀ ਖਾਂ ਮਰਿੰਡੇ ਸ਼ਿਕਾਇਤ ਕਰਤੀ। ਉਸ ਤੋਂ ਫਿਰ ਇੱਥੇ ਆ ਕੇ ਜੀ ਬਾਹਰ ਇਸੇ ਸਥਾਨ ਰੋਡ 'ਤੇ ਹੈ ਜੀ ਰਤ ਸਾਹਿਬ ਗੁਰਦੁਆਰਾ, ਇੱਥੋਂ ਗਲੀਆਂ ਭੀੜੀਆਂ ਸੀ ਉਦੋਂ, ਇਸ ਤਰ੍ਹਾਂ ਫਿਰ ਤੋਰ ਕੇ ਲੈ ਗਏ, ਰਸਤੇ ਸੀ ਜਦ ਤੋਂ ਉਦੋਂ ਸੜਕ ਨਹੀਂ ਸੀ। ਇਸ ਜਿਹੜੀ ਇਹ ਅਸੀਂ ਕੋਠੜੀ ਦੇਖ ਰਹੇ ਹਾਂ ਬਿਲਕੁਲ ਉਹੀ ਕੋਠੜੀ ਹੈ ਜੀ। ਸਾਧ ਸੰਗਤ ਜੀ, ਅਸੀਂ ਤੁਹਾਨੂੰ ਆਓ ਇਸ ਕੋਠੜੀ ਦੇ ਵੀ ਦਰਸ਼ਨ ਕਰਾਉਂਦੇ ਆ, ਜਿਸ ਕੋਠੜੀ ਦੇ ਵਿੱਚ ਸਾਹਿਬਜ਼ਾਦਿਆਂ ਨੇ ਜਿਹੜੀ ਸੀ ਮਾਤਾ ਗੁਜਰੀ ਜੀ ਦੇ ਨਾਲ ਜਿਹੜੀ ਇੱਕ ਰਾਤ ਇਸ ਜਗ੍ਹਾ ਤੇ ਉੱਤੇ 8 ਤੇ 9 ਪੋਹ ਦੀ ਵਿਚਕਾਰਲੀ ਰਾਤ ਹੈ ਜਿਹੜੀ ਉਹ ਇੱਥੇ ਬਤੀਤ ਕੀਤੀ। ਆਓ ਦਰਸ਼ਨ ਕਰਾਉਂਦੇ ਹਾਂ ਉਸ ਕੋਠੜੀ ਦੇ ਜੀ। ਸਾਧ ਸੰਗਤ ਜੀ, ਇਹ ਅਸਥਾਨ ਦੇ ਅੰਦਰ ਆਪਾਂ ਜਿਹੜਾ ਰੁਕੇ ਆ, ਇਹ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਬਿਲਕੁਲ ਇਸ ਅਸਥਾਨ ਦੇ ਉੱਪਰ ਉਹਨਾਂ ਨੇ ਰਾਤ ਗੁਜ਼ਾਰੀ ਹੈ। ਔਰ ਇਹ ਜਿਹੜਾ ਤੁਸੀਂ ਪਲਗਾ ਸਾਹਿਬ ਦੇਖ ਰਹੇ ਹੋ, ਸਾਡੇ ਨਾਲ ਸਤਿਕਾਰਯੋਗ ਇਸ ਸਥਾਨ ਦੇ ਮੁੱਖ ਸੇਵਾਦਾਰ ਨੇ ਬਾਬਾ ਨਿਰਮਲ ਸਿੰਘ ਜੀ ਖਾਲਸਾ ਜੀ। ਇਹ ਉਹੀ ਜੀ ਪਲੰਗਾ ਹੈ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਮਾਤਾ ਜੀ, ਬਿਲਕੁਲ ਜੀ ਤੁਸੀਂ ਦੇਖਦੇ ਹੋ ਇਹ ਇਤਿਹਾਸਿਕ ਪਲੰਗ ਜਿਹੜਾ ਹੈ, ਇਹਦੇ ਆਪਾਂ ਦਰਸ਼ਨ ਕਰ ਰਹੇ ਹਾਂ, ਜਿਹਦੇ ਉੱਪਰ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੇ ਇੱਥੇ ਰਾਤ ਵਿਸ਼ਰਾਮ ਕੀਤਾ ਹੈ। ਔਰ ਇੱਕ ਰਾਤ ਦਾ ਵਿਸ਼ਰਾਮ, ਤੇ ਜੇਕਰ ਅਸੀਂ ਇਤਿਹਾਸਿਕ ਪੱਖ ਦੇ ਨਾਲ ਦੇਖਦੇ ਹਾਂ ਕਿ ਮਾਤਾ ਜੀ ਨੇ ਬਿਲਕੁਲ ਇਸ ਸਥਾਨ ਦੇ ਉੱਪਰ ਆ ਕੇ ਇੱਕ ਰਾਤ ਦਾ ਸਮਾਂ ਗੁਜ਼ਾਰਿਆ, ਤੇ ਮਾਤਾ ਜੀ ਦੇ ਕੋਲ ਜਿਹੜੀ ਖੁਰਜੀ ਦੇਖ ਕਰਕੇ ਚੰਦੂ ਦੇ ਮਨ ਦੇ ਵਿੱਚ ਜਿਹੜਾ ਸੀ, ਗੰਗੂ ਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਗਿਆ ਕਿ ਕਿਉਂ ਨਾ ਇਹ ਮਾਇਆ ਵਾਲੀ ਖੁਰਜੀ ਜਿਹੜੀ ਹੈ ਇਹ ਮੇਰੇ ਕੋਲ ਆ ਜਾਏ। ਤੇ ਉਹਨੇ ਸਵੇਰ ਹੁੰਦਿਆਂ ਸਾਰ ਜਿਹੜਾ ਸੀ ਮਾਤਾ ਜੀ ਦੇ ਸਰਹਾਣਿਓਂ ਉਹ ਖੁਰਜੀ ਜਿਹੜੀ ਸੀ ਉਹ ਚੋਰੀ ਕਰਦਾ ਹੈ, ਤੇ ਘਰ ਦੇ ਵਿਹੜੇ ਦੇ ਵਿੱਚ ਉਹ ਖੁਰਜੀ ਜਿਹੜੀ ਸੀ ਉਹਨੇ ਦੱਬ ਦਿੱਤੀ ਆ। ਹੁਣ ਖੁਰਜੀ ਦੱਬਣ ਤੋਂ ਬਾਅਦ ਜਦੋਂ ਮਾਤਾ ਜੀ ਨੇ ਸਵੇਰੇ ਉਹ ਖੁਰਜੀ ਨੂੰ ਦੇਖਿਆ, ਤੇ ਮਾਤਾ ਜੀ ਦੇਖਦੇ ਨੇ ਕਿ ਖੁਰਜੀ ਉੱਥੇ ਮੌਜੂਦ ਨਹੀਂ। ਤੁਸੀਂ ਦੇਖ ਸਕਦੇ ਹੋ ਆ ਤਸਵੀਰ ਵੀ ਬਿਲਕੁਲ ਉਸੇ ਤਰ੍ਹਾਂ ਲੱਗੀ ਹੈ ਕਿ ਮਾਤਾ ਜੀ ਵਿਸ਼ਰਾਮ ਕਰ ਰਹੇ ਨੇ ਸਾਹਿਬਜ਼ਾਦਿਆਂ ਦੇ ਨਾਲ, ਤੇ ਗੰਗੂ ਜਿਹੜਾ ਹੈ ਉਹ ਖੁਰਜੀ ਕੱਢ ਕੇ ਲੈ ਜਾਂਦਾ ਹੈ ਚੋਰੀ। ਮਾਤਾ ਜੀ ਨੇ ਤਕਰੀਬਨ ਉਹਨਾਂ ਨੂੰ ਪਤਾ ਸੀ ਕਿ ਗੰਗੂ ਦੁਆਰਾ ਕੱਢੀ ਗਈ ਹੈ। ਮਾਤਾ ਜੀ ਨੇ ਸਵੇਰ ਹੁੰਦਿਆਂ ਸਾਰ ਗੰਗੂ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਜੀ ਦੇ ਸਨਮੁਖ ਆਉਂਦਾ, ਤੇ ਮਾਤਾ ਜੀ ਨੇ ਬੜੇ ਪਿਆਰ ਦੇ ਲਹਿਜੇ ਵਿੱਚ ਕਿਹਾ ਸੀ ਕਿ ਬੇਟਾ ਗੰਗੂ, ਬੜਾ ਚੰਗਾ ਕੀਤਾ ਕਿ ਇਹ ਖੁਰਜੀ ਜਿਹੜੀ ਹੈ ਇਹ ਤੂੰ ਸਾਂਭ ਲਈ ਹੈ। ਤੇ ਗੰਗੂ ਨੇ ਜਦੋਂ ਝੂਠ ਫੜਿਆ ਗਿਆ ਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਉੱਤੇ ਤੁਸੀਂ ਝੂਠਾ ਇਲਜ਼ਾਮ ਲਾਉਂਦੇ ਹੋ, ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਔਰ ਪਿੰਡ ਦੇ ਕੁਝ ਮੋਹਤਬਾਰਾਂ ਨੂੰ ਨਾਲ ਲੈ ਕਰਕੇ ਉਸ ਵੇਲੇ ਦੇ ਕਿ ਆਪਣੇ ਗਵਾਹ ਬਣਾਉਣ ਵਾਸਤੇ, ਤੇ ਮਾਤਾ ਜੀ ਅੰਦਰ ਨੇ ਬਿਲਕੁਲ ਦਰਵਾਜ਼ੇ ਨੂੰ ਬਾਹਰੋਂ ਜਿਹੜਾ ਸੀ ਉਹ ਕੁੰਡਾ ਲਗਾ ਕਰਕੇ ਤੇ ਰੌਲਾ ਪਾਉਂਦਾ ਹੋਇਆ ਇਹ ਕਹਿ ਕੇ ਗਿਆ ਕਿ ਨਾਲੇ ਤਾਂ ਮੈਂ ਹਕੂਮਤ ਦੇ ਬਾਗੀਆਂ ਨੂੰ ਪਨਾਹ ਦੇ ਰਿਹਾ ਤੇ ਨਾਲੇ ਮੇਰੇ ਤੇ ਇਲਜ਼ਾਮ ਲਾਉਂਦੇ ਪਏ ਹੋ। ਔਰ ਦੇਖੋ ਅੱਜ ਤੱਕ ਵੀ ਇਹ ਪੁਰਾਤਨਤਾ ਜਿਹੜੀ ਹੈ ਸੰਭਾਲ ਕੇ ਰੱਖੀ ਗਈ ਹੈ। ਤੁਸੀਂ ਦੇਖਦੇ ਹੋ ਇਹ ਕੰਧਾਂ ਬਿਲਕੁਲ ਪੁਰਾਣੀਆਂ ਨੇ, ਪੁਰਾਤਨਤਾ ਸਾਂਭ ਕੇ ਰੱਖੀ ਗਈ ਹੈ। ਤੇ ਨਵੀਂ ਇਮਾਰਤ ਜਿਹੜੀ ਹੈ ਗੁਰਦੁਆਰਾ ਸਾਹਿਬ ਜੀ ਦੀ, ਉਹ ਅਸੀਂ ਬਿਲਕੁਲ ਸਾਹਮਣੇ ਦੇਖਦੇ ਹਾਂ ਕਿ ਬਣਾਈ ਜਾ ਰਹੀ ਹੈ। ਔਰ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਪੁਰਾਤਨ ਦੀਵਾਰਾਂ ਨੇ ਤੇ ਇਹਨਾਂ ਦੀ ਸਾਂਭ ਸੰਭਾਲ ਦੇ ਵਾਸਤੇ ਜਾਂ ਇਹਨਾਂ ਨੂੰ ਥੋੜੀ ਨਵੀਂ ਦਿੱਖ ਦੇਣ ਵਾਸਤੇ ਬਿਲਕੁਲ ਢਾਉਣ ਦੀ ਜਗ੍ਹਾ ਤੇ ਕੇਵਲ ਇਹਨਾਂ ਨੂੰ ਦੁਬਾਰਾ ਰੰਗ ਰੋਗਨ ਕਰਕੇ ਤੇ ਇਹਨੂੰ ਨਵੀਂ ਦਿੱਖ ਦਿੱਤੀ ਗਈ ਤਾਂ ਕਿ ਇਹਨਾਂ ਦੀ ਸੰਭਾਲ ਜਿਹੜੀ ਹੈ ਦੁਬਾਰਾ ਚੰਗੀ ਤਰ੍ਹਾਂ ਕੀਤੀ ਜਾ ਸਕੇ। ਔਰ ਜਦੋਂ ਇਤਿਹਾਸਿਕ ਪੱਖ ਨੂੰ ਅਸੀਂ ਸਾਧ ਸੰਗਤ ਜੀ ਦੇਖਦੇ ਆ ਨਾ, ਤੇ ਜਦੋਂ ਗੰਗੂ ਸ਼ਿਕਾਇਤ ਕਰਦਾ ਹੈ ਨਾ ਜਾ ਕੇ ਕੋਤਵਾਲੀ, ਮੋਰਿੰਡੇ ਦੇ ਕੋਤਵਾਲੀ ਦੇ ਕੋਲ, ਤੇ ਉਹ ਜਾਨੀ ਖਾਂ ਤੇ ਮਾਨੀ ਖਾਂ ਫੜਨ ਵਾਸਤੇ ਜਦੋਂ ਸਾਹਿਬਜ਼ਾਦੇ ਨੂੰ ਆਉਂਦੇ ਨੇ, ਤੇ ਦੁੰਨਾ ਸਿੰਘ ਹੰਡੋਰੀਆ ਲਿਖਦਾ ਏ, ਕਹਿੰਦੇ ਨੇ ਮਾਤਾ ਗੁਜਰੀ ਜੀ ਨੂੰ ਉਸ ਵੇਲੇ ਜਿਹੜਾ ਸੀ ਨਾ ਇੱਕ ਮਿਰਚਾਂ ਵਾਲੀ ਜਿਹੜਾ ਬੋਰੀ, ਇੱਕ ਨਕਾਬ ਬਣਿਆ ਹੋਇਆ ਸੀ, ਉਹ ਮਾਤਾ ਜੀ ਦੇ ਚਿਹਰੇ ਦੇ ਉੱਪਰ ਪਾਇਆ ਗਿਆ।
ਬੱਚਿਆਂ ਦੇ ਜਿਹੜੇ ਦੋਨੋਂ ਸਾਹਿਬਜ਼ਾਦਿਆਂ ਦੇ ਹੱਥ ਜਿਹੜੇ ਸੀ ਉਹ ਰੱਸੀ ਨਾਲ ਬੰਨ੍ਹ ਕੇ ਤੇ ਬਿਲਕੁਲ ਕਹਿੰਦੇ ਨੇ ਘੋੜਿਆਂ ਦੇ ਉੱਪਰ ਐਵੇਂ ਲੱਦੇ ਗਏ ਕਿ ਜਿਵੇਂ ਕੋਈ ਬੋਰੀਆਂ ਲੱਦੀਆਂ ਗਈਆਂ ਹੋਣ। ਇਤਿਹਾਸ ਦੇ ਵਿੱਚ ਜ਼ਿਕਰ ਇਸ ਤਰ੍ਹਾਂ ਦੇ ਮਿਲਦੇ ਨੇ। ਔਰ ਇੱਥੋਂ ਫਿਰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਤੇ ਜਿਹੜਾ ਜਾਨੀ ਖਾਂ ਤੇ ਮਾਨੀ ਖਾਂ ਹੈ ਉਹ ਕੋਤਵਾਲੀ ਮਰਿੰਡੇ ਦੇ ਵਿੱਚ ਲੈ ਕੇ ਜਾਂਦੇ ਨੇ। ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਪਾਵਨ ਅਸਥਾਨ ਦੇ। ਔਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਮਾਤਾ ਜੀ ਨੇ ਇਸ ਅਸਥਾਨ ਦੇ ਉੱਪਰ ਇੱਕ ਰਾਤ ਕੱਟੀ ਹੈ ਤੇ ਤੁਸੀਂ ਦੇਖਦੇ ਪਏ ਹੋ ਕਿ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਇਸ ਅਸਥਾਨ ਦੇ ਉੱਪਰ ਨੇ। ਔਰ ਗੁਰਦੁਆਰੇ ਦੀ ਬਹੁਤ ਸੁੰਦਰ ਇਮਾਰਤ ਜਿਹੜੀ ਹੈ ਉਹ ਨਵੀਂ ਜਿਹੜੀ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਬਣਾਈ ਜਾ ਰਹੀ ਹੈ। ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਪੁਰਾਤਨ ਇਹ ਇਮਾਰਤ ਹੈ ਤੇ ਪੁਰਾਣੇ ਸਮਿਆਂ ਦੇ ਵਿੱਚ ਹਵਾ ਜਾਂ ਰੋਸ਼ਨੀ ਦੇ ਵਾਸਤੇ ਕਮਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਰੋਸ਼ਨਦਾਨ ਜਿਹੜੇ ਸੀ ਉਹ ਬਣਾਏ ਜਾਂਦੇ ਸੀ। ਜਿਵੇਂ ਅੰਦਰੋਂ ਥੋੜੀ ਨਵੀਂ ਦਿੱਖ ਮਹਿਸੂਸ ਹੁੰਦੀ ਹੈ ਤੇ ਆ ਤੁਹਾਨੂੰ ਬਾਹਰੋਂ ਵੀ ਦਰਸ਼ਨ ਕਰਾਉਣੇ ਆ ਕਿ ਇਸ ਜਿਹੜਾ ਕਮਰਾ ਸੀ ਉਸ ਵੇਲੇ ਦਾ, ਇਹਦੀ ਬਾਹਰਲੇ ਪਾਸੇ ਤੋਂ ਬਿਲਕੁਲ ਅਜੇ ਤੱਕ ਉਵੇਂ ਹੀ ਪੁਰਾਣੀ ਦਿੱਖ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ। ਉਹ ਤੁਹਾਨੂੰ ਇਸ ਤੇ ਇਹਨੂੰ ਸੰਭਾਲ ਕੇ ਰੱਖਿਆ ਗਿਆ ਤੇ ਜ਼ਰੂਰਤ ਵੀ ਹੈ ਅੱਜ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸੰਭਾਲ ਕੇ ਰੱਖਿਆ ਜਾਵੇ। ਇੱਕ ਵਾਰੀ ਫੇਸਬੁੱਕ ਦੇ ਉੱਪਰ ਇੱਕ ਫੋਟੋ ਜਿਹੜੀ ਸੀ ਉਹ ਵਾਇਰਲ ਹੋਈ। ਉਸ ਫੋਟੋ ਦੇ ਵਿੱਚ ਕੋਈ 250-300 ਸਾਲ ਪੁਰਾਣੀ ਇੱਕ ਜਿਹੜੀ ਸੀ ਚਰਚ ਦਿਖਾਈ ਜਾਂਦੀ ਹੈ। ਔਰ ਉਸ ਚਰਚ ਨੂੰ ਦੇਖਣ ਵਾਲੇ ਲੋਕਾਂ ਦੇ ਵਾਸਤੇ ਵੀ ਜਿਹੜਾ ਸੀ ਨਾ ਉੱਥੇ ਟਿਕਟ ਲਗਾਈ ਗਈ, ਬਕਾਇਦਾ ਉੱਥੇ ਪਾਰਕਿੰਗ ਬਣਾਈ ਗਈ। ਪਰ ਜਦੋਂ ਉਹਦਾ ਇਤਿਹਾਸਿਕ ਪੱਖ ਦੇਖਿਆ ਬਿਲਕੁਲ ਕੋਈ ਇਤਿਹਾਸਿਕ ਪੱਖ ਨਹੀਂ ਸੀ। ਕੇਵਲ ਕਿਸੇ ਰਾਜੇ ਦੇ ਵੱਲੋਂ ਉਹ ਚਰਚ ਬਣਾ ਕੇ ਉਹਨੂੰ ਸੰਭਾਲ ਕੇ ਰੱਖਿਆ ਗਿਆ। ਉਹ ਕੇਵਲ ਇਸ ਕਰਕੇ ਉਹਨੂੰ ਸੰਭਾਲ ਲਿਆ ਕਿ ਇਹ ਬਹੁਤ ਪੁਰਾਣੀ ਹੈ ਤੇ ਇਹਦੀ ਸੰਭਾਲ ਹੋਣੀ ਚਾਹੀਦੀ ਹੈ। ਪਰ ਸਾਡੇ ਕੋਲ ਜੋ ਵੀ ਕੁਝ ਅਸੀਂ ਦੇਖਦੇ ਹਾਂ ਪੁਰਾਤਨ ਇਮਾਰਤਾਂ ਸਤਿਗੁਰੂ ਮਹਾਰਾਜ ਜੀ ਦੇ, ਜਿਵੇਂ ਸਤਿਕਾਰਯੋਗ ਮਾਤਾ ਜੀ ਨੇ ਇਸ ਅਸਥਾਨ ਦੇ ਉੱਪਰ ਉਸ ਪਲੰਘ ਦੇ ਉੱਪਰ ਜਿਹੜਾ ਸੀ ਰਾਤ ਗੁਜ਼ਾਰੀ, ਅਸੀਂ ਉਸ ਦੇ ਦਰਸ਼ਨ ਕਰਦੇ ਹਾਂ। ਅੱਜ ਜ਼ਰੂਰਤ ਹੈ ਉਸ ਪੁਰਾਤਨਤਾ ਨੂੰ ਸੰਭਾਲ ਕੇ ਰੱਖਣ ਦੀ। ਜਿਵੇਂ ਅਸੀਂ ਪਿੱਛੇ ਵੀ ਦੇਖ ਕੇ ਆਏ ਸੀ ਕਿ ਸਾਨੂੰ ਇਤਿਹਾਸਿਕ ਪੱਖ ਦੇ ਵਿੱਚ ਅਸੀਂ ਕਾਫੀ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਿਹੜੀਆਂ ਪੁਰਾਤਨ ਚੀਜ਼ਾਂ, ਜਿਵੇਂ ਇਹ ਕਮਰਾ ਜਿਹੜਾ ਸੀ ਉਹ ਅਸੀਂ ਉਸੇ ਤਰ੍ਹਾਂ ਹੀ ਤੱਕਿਆ ਹੈ ਕਿ ਇਹ ਉਵੇਂ ਹੀ ਜਿਹੜਾ ਉਹਨੂੰ ਰੱਖਿਆ ਗਿਆ। ਤੇ ਗੁਰਦੁਆਰੇ ਦੀ ਜਿਹੜੀ ਨਵੀਂ ਇਮਾਰਤ ਹੈ ਬਿਲਕੁਲ ਸਾਹਮਣੇ ਜਿਹੜੀ ਹੈ ਉਹ ਸੁਭਾਏਮਾਨ ਕੀਤੀ ਜਾ ਰਹੀ ਹੈ। ਸੋ ਆਪਾਂ ਗੱਲ ਕਰਾਂਗੇ ਇਸ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਜੀ ਦੇ ਨਾਲ ਕਿ ਇਹ ਕਮਰੇ ਦੇ ਬਾਰੇ ਹੋਰ ਵੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਦੇਣਗੇ ਕਿ ਕਿਤਨਾ ਪੁਰਾਤਨ ਤੇ ਹੋਰ ਇੱਥੋਂ ਦਾ ਕੀ ਇਤਿਹਾਸਕ ਜਿਹੜਾ ਤੱਥ ਜਿਹੜਾ ਸੀ ਉਹ ਸਾਹਮਣੇ ਆਉਂਦਾ ਹੈ ਜੀ ਇੱਥੋਂ ਦੇਖ ਕੇ। ਜੀ ਅਸੀਂ ਗੱਲ ਕਰਾਂਗੇ ਜੀ ਬਾਬਾ ਨਿਰਮਲ ਸਿੰਘ ਜੀ ਦੇ ਨਾਲ। ਬਾਬਾ ਜੀ ਫਿਰ ਇਹ ਜਿਹੜਾ ਘਰ ਅਸੀਂ ਦੇਖਦੇ ਪਏ ਹਾਂ, ਇਹ ਕਮਰਾ ਜਿਹੜਾ ਜਿਸ ਦੇ ਵਿੱਚ ਮਾਤਾ ਜੀ ਨੇ ਰਾਤ ਗੁਜ਼ਾਰੀ, ਇਹ ਬਿਲਕੁਲ ਇਸੇ ਘਰ ਦਾ ਹਿੱਸਾ ਜਿਹੜਾ ਦਿਖਾਈ ਦੇ ਰਿਹਾ। ਹਾਂ, ਇਸੇ ਕਰਦਾ ਜੀ। ਇਸ ਤਰ੍ਹਾਂ ਨਾ ਉਹ ਪੁਰਾਤਨ ਟਾਈਮ ਹੋ ਗਿਆ, ਕਈਆਂ ਕੋਲ ਬਦਲ ਕੇ ਆਇਆ। ਹੁਣ ਇਹ ਹੋਰ ਸਿੰਘਾਂ ਕੋਲ ਕਿਸੇ ਕੋਲ ਇੱਥੇ ਹੀ ਹੈ, ਇਹ ਵੀ ਦੇਣਗੇ। ਇਹ ਵੀ ਪ੍ਰੇਮੀ ਸਿੰਘ ਹੈ। ਹਾਂ, ਨਾਲ ਦਾ ਹੀ ਹੈ ਜੀ। ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਵਿੱਚ ਇਸ ਸੁਹੇੜੀ ਨੂੰ ਵੀ ਜਿਹੜਾ ਸੀ ਉਜਾੜਿਆ ਗਿਆ, ਥੇ ਕੀਤਾ ਹੈ, ਤੇ ਉਸ ਤੋਂ ਬਾਅਦ ਵਿੱਚ ਇਹ ਜਿਹੜੀ ਜਗ੍ਹਾ ਸੀ ਕਿਵੇਂ ਫਿਰ ਪ੍ਰਗਟ ਹੁੰਦੀ, ਕਿਵੇਂ ਇਸ ਜਗ੍ਹਾ ਨੂੰ ਲੱਭਿਆ ਗਿਆ? ਇਸ ਜਗ੍ਹਾ ਦਾ ਜੀ ਜਿਵੇਂ ਸਰਹੰਦ 'ਚ ਕਈ ਇਮਾਰਤਾਂ ਖੜੀਆਂ ਰਹਿ ਗਈਆਂ ਜੀ, ਕਈ ਢਾਹ ਕਰਤੀਆਂ। ਇਸ ਸਥਾਨ ਤੇ ਵੀ ਜਿਹੜੇ ਸਾਡੇ ਬਜ਼ੁਰਗ ਹਨ, ਜਿਹੜੇ ਜੱਟ ਜ਼ਮੀਂਦਾਰ ਹੈ, ਉਹ ਤਪੇ ਮੰਡੀ ਤੋਂ ਆ ਕੇ ਬਸੇ ਜੀ। ਸਾਰਾ ਗੋਤ ਢਾਲੀ ਵਾਲਾ ਉਹਨਾਂ ਦਾ। ਬਾਕੀ ਜਿਹੜੀਆਂ ਬਰਾਦਰੀਆਂ ਹੋਰ ਆਲੇ ਦੁਆਲੇ ਤੋਂ ਆ ਕੇ ਬਸੀਆਂ, ਜਿਹੜੀਆਂ ਇੱਥੇ ਕੁਛ ਨਹੀਂ ਸੀ, ਅਰਧ ਬਰਿੰਡਾ ਜਾਂ ਕੋਈ ਖੜਾ ਸੀ ਮਕਾਨ, ਉਹ ਬਜ਼ੁਰਗ ਦੱਸਦੇ ਹੁੰਦੇ ਵੀ ਇਸ ਤਰ੍ਹਾਂ ਦਾ ਫਿਰ ਉਹਨਾਂ ਨੇ ਆ ਕੇ ਪਿੰਡ ਵਸਾਇਆ। ਉਹਨਾਂ ਨੇ ਇਹ ਨਿਸ਼ਾਨੀਆਂ ਫਿਰ ਲੱਭੀਆਂ ਸਾਰੀਆਂ। ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਆਪ ਜੀ ਦਾ ਕਿ ਤੁਸੀਂ ਉਸ ਪੁਰਾਤਨ ਇੱਕ ਤਾਂ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ, ਇਤਿਹਾਸ ਨੂੰ ਸੰਭਾਲ ਕੇ ਰੱਖਿਆ ਹੈ। ਔਰ ਬੜੀ ਸੋਹਣੀ ਜਾਣਕਾਰੀ ਆਪ ਜੀ ਨੇ ਨਾਲ ਜਿਹੜੀ ਸਾਡੇ ਚੈਨਲ ਦੇ ਨਾਲ ਆਪ ਜੀ ਨੇ ਸਾਂਝੀ ਕੀਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਸਾਧ ਸੰਗਤ ਜੀ, ਅਸੀਂ ਇਸ ਸਥਾਨ ਦੇ ਦਰਸ਼ਨ ਕੀਤੇ ਨੇ ਕਿ ਇਸ ਸਥਾਨ ਦੇ ਉੱਪਰ ਮਾਤਾ ਜੀ ਨੇ ਜਿਹੜੀ ਸੀ ਉਹ 8 ਤੇ 9 ਪੌਹ ਦੀ ਜਿਹੜੀ ਹੈ ਉਹ ਰਾਤ ਬਤੀਤ ਕੀਤੀ। ਸਵੇਰ ਹੁੰਦੀ ਸਾਰ ਜਾਨੀ ਖਾਂ ਤੇ ਮਾਨੀ ਖਾਂ ਮਰਿੰਡੇ ਦੇ ਜਿਹੜੇ ਕੋਤਵਾਲ ਨੇ ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਮਾਤਾ ਜੀ ਗੁਜਰੀ ਜੀ ਔਰ ਸਤਿਕਾਰਯੋਗ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਇੱਥੋਂ ਹੀ ਗ੍ਰਿਫਤਾਰ ਕਰਕੇ ਫਿਰ ਮਰਿੰਡੇ ਕੋਤਵਾਲੀ ਦੇ ਵਿੱਚ ਲੈ ਕੇ ਜਾਂਦੇ ਨੇ। ਸੋ ਆਪਾਂ ਅਗਲੇਰਾ ਇਤਿਹਾਸ ਜਾਣਦੇ ਹਾਂ। ਥੋੜ੍ਹੇ ਹੀ ਸਮੇਂ ਤੱਕ ਆਪਾਂ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਉਸ ਅਸਥਾਨ ਦੇ, ਤੇ ਨਾਲ ਹੀ ਤੁਹਾਨੂੰ ਉੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਪੜਾਅ ਦਰ ਪੜਾਅ ਜਿਵੇਂ ਸਾਹਿਬਜ਼ਾਦਿਆਂ ਦਾ ਬਿਖੜੇ ਪਿੰਡ ਦਾ ਸਫ਼ਰ ਹੈ ਉਹ ਤੈਅ ਕਰਦਿਆਂ ਹੋਇਆਂ ਇਸ ਵੇਲੇ ਇਤਿਹਾਸਿਕ ਸਥਾਨ ਗੁਰਦੁਆਰਾ ਕੁਤਵਾਲੀ ਸਾਹਿਬ ਵਿਖੇ ਪਹੁੰਚੇ ਹਾਂ। ਦੁਨਾ ਸਿੰਘ ਹੰਡੋਰੀਆ ਲਿਖਦਾ ਹੈ ਕਿ ਤੋਮਰ ਕਪੜਾ ਚਾੜ ਦੀਨੀ ਮਾਤ ਗੁਜਰੀ ਬਾਂਧ ਲੀਨੀ, ਕਿ ਮਾਤਾ ਗੁਜਰੀ ਜੀ ਦੇ ਚਿਹਰੇ ਦੇ ਉੱਪਰ ਜਿਹੜਾ ਸੀ ਉਹ ਮਿਰਚਾਂ ਵਾਲਾ ਕੱਪੜਾ ਪਾਇਆ ਗਿਆ। ਮਾਤਾ ਜੀ ਦੇ ਨਾਲ ਉਹਨਾਂ ਨੂੰ ਬੋਰੀ ਦੇ ਵਿੱਚ ਪਾ ਕਰਕੇ ਨਾਲ ਹੀ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਹੋਣਾ ਨੂੰ ਬੋਰੀ ਦੇ ਵਿੱਚ ਬੰਨ੍ਹ ਕੇ ਤੇ ਇਸ ਤਰ੍ਹਾਂ ਘੋੜਿਆਂ ਦੇ ਉੱਪਰ ਲੱਦ ਕੇ ਲੈ ਕੇ ਆਂਦਾ ਜਿਵੇਂ ਕੋਈ ਵਸਤੂ ਜਾਂ ਜਿਵੇਂ ਕੋਈ ਬੋਰੀ ਕੋਈ ਸਮਾਨ ਲੱਦ ਕੇ ਲਿਆਂਦਾ ਜਾਂਦਾ ਹੈ। ਔਰ ਜਾਨੀ ਖਾਂ ਮਾਨੀ ਖਾਂ ਜਿਹੜਾ ਸੀ, ਗੰਗੂ ਦਾ ਲਾਲਚ ਜਿਹੜਾ ਸੀ ਉਹ ਇੱਥੋਂ ਤੱਕ ਵੱਧ ਗਿਆ ਸੀ। ਇੱਕ ਤਾਂ ਮਾਤਾ ਜੀ ਦੇ ਦੁਆਰਾ ਜਿਹੜੀ ਖੁਰਜੀ ਸੀ ਉਹ ਚੋਰੀ ਕੀਤੀ ਤੇ ਦੂਸਰਾ ਮਨ ਦੇ ਵਿੱਚ ਲਾਲਚ ਇਹ ਸੀ ਕਿ ਜੇਕਰ ਮੈਂ ਸਰਕਾਰ ਦੇ ਬਾਕੀ ਇਹਨਾਂ ਨੂੰ ਫੜਾ ਦੇਵਾਂਗਾ ਤੇ ਸਰਕਾਰੇ ਦਰਬਾਰੇ ਵੀ ਮੈਨੂੰ ਇਨਾਮ ਪ੍ਰਾਪਤ ਹੋਵੇਗਾ। ਸੋ ਇਹ ਉਹੀ ਅਸਥਾਨ ਹੈ ਜਿੱਥੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪੂਰੀ ਰਾਤ ਪੋਹ ਦੀਆਂ ਉਹ ਰਾਤਾਂ ਨੇ 9 ਤੇ 10 ਪੋਹ ਦੀ ਉਹ ਰਾਤ ਹੈ ਜਿਹੜੀ ਉੱਥੇ ਜਿਹੜਾ ਇਸ ਜਗ੍ਹਾ ਦੇ ਉੱਪਰ ਰੱਖਿਆ ਗਿਆ ਤੇ ਬਿਲਕੁਲ ਉਹਨਾਂ ਬੋਰੀਆਂ ਦੇ ਵਿੱਚ ਹੀ ਬੰਨੀ ਰੱਖਿਆ। ਔਰ ਇਤਿਹਾਸ ਪਿਛੋਕੜ ਨੂੰ ਜਦੋਂ ਤੁਸੀਂ ਦੇਖੋਗੇ ਨਾ ਕਿ ਇਹ ਜਿਹੜੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਪਰਿਵਾਰ ਵਿਛੋੜਾ ਹੋਇਆ ਤੇ ਅੱਜ ਤੀਸਰਾ ਦਿਨ ਬਣਦਾ ਹੈ ਕਿ ਜਦੋਂ ਪ੍ਰਸ਼ਾਦੇ ਛਕੇ ਨੂੰ 3 ਦਿਨ ਹੋ ਚੁੱਕੇ ਤੇ ਅੱਜ ਤੱਕ ਪ੍ਰਸ਼ਾਦਾ ਦੁਬਾਰਾ ਪ੍ਰਾਪਤ ਨਹੀਂ ਹੋਇਆ। ਕੇਵਲ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਜਿਹੜਾ ਲక్ష్ਮੀ ਬ੍ਰਾਹਮਣੀ ਦੇ ਦੁਆਰਾ ਪ੍ਰਸ਼ਾਦਾ ਛਕਾਇਆ ਗਿਆ ਸੀ ਉਹੀ ਪ੍ਰਸ਼ਾਦਾ ਛਕਿਆ ਹੈ ਤੇ 3 ਦਿਨ ਹੋ ਚੁੱਕੇ ਨੇ। ਔਰ ਅੱਜ ਜਿਹੜੀ ਉਹ ਘਟਨਾ ਵਾਪਰਦੀ ਹੈ ਕਿ ਸਾਰੀ ਰਾਤ ਬੱਚਿਆਂ ਨੂੰ ਉਹ ਬੋਰੀਆਂ ਦੇ ਵਿੱਚ ਬੰਨ੍ਹ ਕੇ ਹੀ ਇਸ ਕੁਤਵਾਲੀ ਦੇ ਵਿੱਚ ਰੱਖਿਆ ਗਿਆ। ਔਰ ਜਾਨੀ ਖਾਂ ਤੇ ਮਾਨੀ ਖਾਂ ਇਹ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਨੂੰ ਡਰਾਇਆ ਧਮਕਾਇਆ ਜਾ ਸਕੇ ਜਾਂ ਇਹਨਾਂ ਨੂੰ ਦੁੱਖ ਦੇ ਵਿੱਚ ਰੱਖਿਆ ਜਾ ਸਕੇ ਕਿ ਔਰੰਗਜ਼ੇਬ ਦੇ ਜਿਹੜਾ ਹੁਕਮ ਦੀ ਪਾਲਣਾ ਹੋ ਸਕੇ। ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਤੇ ਸਤਿਕਾਰਯੋਗ ਮਾਤਾ ਨੂੰ ਪੇਸ਼ ਕਰਾਂਗੇ ਤੇ ਉਦੋਂ ਈਨ ਇਹ ਮੰਨ ਚੁੱਕੇ ਹੋਵਣ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਜਿਹੜਾ ਸਿਦਕ ਸੀ ਉਹ ਇਹਨਾਂ ਬੱਚਿਆਂ ਦੇ ਅੰਦਰ ਕਾਇਮ ਸੀ। ਜਿਨ੍ਹਾਂ ਨੇ ਸਿਦਕ ਨਹੀਂ ਹਾਰਿਆ, ਅਸਹਿ ਤੇ ਅਕਹਿ ਜਿਹੜੇ ਤਸੀਹੇ ਸੀ ਉਹ ਜ਼ਰੂਰ ਚੱਲੇ ਹਨ। ਸੋ ਆਓ ਸਾਧ ਸੰਗਤ ਜੀ ਦਰਸ਼ਨ ਕਰਦੇ ਹਾਂ ਉਹ ਪਾਵਨ ਅਸਥਾਨ ਦੇ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਨੇ ਉਹ ਰਾਤ ਜਿਹੜੀ ਸੀ ਇਹ ਕਿਲੇ ਦੇ ਅੰਦਰ ਇਹ ਕੁਤਵਾਲੀ ਦੇ ਅੰਦਰ ਜਿਹੜਾ ਸੀ ਬੰਦੀ ਦੇ ਰੂਪ ਦੇ ਵਿੱਚ ਗੁਜ਼ਾਰੀ ਕੀਤੀ ਹੈ। ਸਾਧ ਸੰਗਤ ਜੀ ਆਓ ਉਸ ਕੁਤਵਾਲੀ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਕਿ ਜਿਸ ਕੁਤਵਾਲੀ ਦੇ ਵਿੱਚ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਜਿਹੜੀ ਸੀ ਉਹ ਰਾਤ ਬਤੀਤ ਕੀਤੀ, ਜਿੱਥੇ ਉਹਨਾਂ ਨੂੰ 3 ਦਿਨ ਹੋ ਚੁੱਕੇ ਨੇ, ਨਾ ਤਾਂ ਕਦੀ ਪ੍ਰਸ਼ਾਦਾ ਨਸੀਬ ਹੋਇਆ, ਨਾ ਰੋਟੀ ਨਾ ਪਾਣੀ, ਔਰ ਨਾ ਹੀ ਠੰਡ ਤੋਂ ਬਚਣ ਵਾਸਤੇ ਕੋਈ ਵੀ ਜਿਹੜੀ ਸੀ ਕੋਈ ਸਹੂਲਤ ਦਿੱਤੀ ਗਈ। ਆਓ ਉਸ ਕੁਤਵਾਲੀ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਜੀ। ਅੱਧੀ ਰਾਤੀ ਉੱਠੇ ਦੋਵੇਂ ਲਾਲ ਪੁੱਛਦੇ ਨੇ ਕੋਈ ਆਇਆ ਕਿ ਨਹੀਂ। ਬੀਤ ਗਈ ਏ ਰਾਤ ਸਾਰੀ ਦਿਨ ਚੜ ਆਇਆ ਕੋਈ ਆਇਆ ਕਿ ਨਹੀਂ। ਅੱਧੀ ਰਾਤੀ ਉੱਠੇ ਦੋਵੇਂ ਲਾਲ ਪੁੱਛਦੇ ਨੇ ਕੋਈ ਆਇਆ ਕਿ ਨਹੀਂ। ਬੀਤ ਗਈ ਏ ਰਾਤ ਸਾਰੀ ਦਿਨ ਚੜ ਆਇਆ ਕੋਈ ਆਇਆ ਕਿ ਨਹੀਂ, ਕੋਈ ਆਇਆ ਕਿ ਨਹੀਂ। ਤੁਸੀਂ ਤਾਂ ਕਹਿੰਦੇ ਸੀ ਸੌਂ ਜੋ ਆ ਜਾਣੇ ਨੇ ਰਾਤ ਨੂੰ। ਤੁਸੀਂ ਤਾਂ ਕਹਿੰਦੇ ਸੀ ਸੌਂ ਜੋ ਆ ਜਾਣੇ ਨੇ ਰਾਤ ਨੂੰ। ਹੋਵਾਂਗੇ ਇਕੱਠੇ ਸਾਰੇ ਪਹਿਲੀ ਪ੍ਰਭਾਤ ਨੂੰ। ਹੋ ਗਿਆ ਸਵੇਰਾ ਦੇਖੋ ਚਿੜੀਆਂ ਨੇ ਗੀਤ ਕੋਈ ਗਾਇਆ ਕਿ ਨਹੀਂ, ਕੋਈ ਆਇਆ ਕਿ ਨਹੀਂ। ਹੋ ਗਿਆ ਸਵੇਰਾ ਦੇਖੋ ਚਿੜੀਆਂ ਨੇ ਗੀਤ ਕੋਈ ਗਾਇਆ ਕਿ ਨਹੀਂ, ਕੋਈ ਆਇਆ ਕਿ ਨਹੀਂ। ਅੱਧੀ ਰਾਤੀ ਉੱਠੇ ਦੋਵੇਂ ਲਾਲ ਪੁੱਛਦੇ ਨੇ ਕੋਈ ਆਇਆ ਕਿ ਨਹੀਂ, ਕੋਈ ਆਇਆ ਕਿ ਨਹੀਂ।
ਮੇਰਿਆਂ ਕੰਨਾਂ 'ਚ ਪੌੜ ਕੋੜਿਆਂ ਦੇ ਵੱਜਦੇ, ਮੇਰਿਆਂ ਕੰਨਾਂ 'ਚ ਪੌੜ ਕੋੜਿਆਂ ਦੇ ਵੱਜਦੇ। ਇੰਜ ਲੱਗਦਾ ਹੈ ਜਿਵੇਂ ਆ ਗਏ ਹੋਣ ਲੱਭਦੇ, ਇੰਜ ਲੱਗਦਾ ਹੈ ਜਿਵੇਂ ਆ ਗਏ ਹੋਣ ਲੱਭਦੇ। ਫਤਿਹ ਸਿੰਘ ਕਿੱਥੇ ਹੋ, ਅਜੀਤ ਵੀਰੇ ਨੇ ਭਲਾ ਬੁਲਾਇਆ ਕਿ ਨਹੀਂ। ਫਤਿਹ ਸਿੰਘ ਕਿੱਥੇ ਹੋ, ਅਜੀਤ ਵੀਰੇ ਨੇ ਭਲਾ ਬੁਲਾਇਆ ਕਿ ਨਹੀਂ। ਕੋਈ ਆਇਆ ਕਿ ਨਹੀਂ। ਅੱਧੀ ਰਾਤੀ ਉੱਠੇ ਦੋਵੇਂ ਲਾਲ ਪੁੱਛਦੇ ਨੇ, ਕੋਈ ਆਇਆ ਕਿ ਨਹੀਂ, ਕੋਈ ਆਇਆ ਕਿ ਨਹੀਂ। ਸਾਧ ਸੰਗਤ ਜੀ, ਤੁਸੀਂ ਇਸ ਕੋਤਵਾਲੀ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ। ਇਸ ਕੋਤਵਾਲੀ ਦੇ ਇਸ ਕਮਰੇ ਦੇ ਵਿੱਚ ਜਿਹੜਾ ਸੀ ਸਾਹਿਬਜ਼ਾਦੇ ਨੇ ਤੇ ਮਾਤਾ ਜੀ ਨੇ ਜਿਹੜੀ ਸੀ ਉਹ ਰਾਤ, ਤਸ਼ੱਦਦ ਦੀ ਰਾਤ ਜਿਹੜੀ ਸੀ ਉਹ ਬਤੀਤ ਕੀਤੀ ਹੈ। ਔਰ ਤੁਸੀਂ ਇਹ ਦੇਖਦੇ ਹੋ ਕਿ ਇਹ ਕਮਰੇ ਦੇ ਵਿੱਚ ਹੁਣ ਸਤਿਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕੀਤੇ ਗਏ ਨੇ ਤੇ ਲਗਾਤਾਰ ਨਿਰੰਤਰ ਜਿਹੜੇ ਹੈ ਉਹ ਪਾਠ ਚੱਲਦੇ ਪਏ ਨੇ, ਕਿਉਂਕਿ ਇਹ ਸ਼ਹੀਦੀ ਦਿਹਾੜਾ ਜਿਹੜਾ ਹੈ ਇਹ ਹਫਤਾ ਸ਼ਹੀਦੀ ਹਫਤੇ ਕਰਕੇ ਮਨਾਇਆ ਜਾ ਰਿਹਾ ਹੈ। ਇਸ ਕਰਕੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ। ਔਰ ਇਸ ਕੋਤਵਾਲੀ ਦੇ ਇਹ ਦਰਵਾਜ਼ੇ, ਇਹ ਇਮਾਰਤ ਬਿਲਕੁਲ ਉਸੇ ਤਰ੍ਹਾਂ ਪੁਰਾਤਨ ਹੀ ਹੈ। ਇਹਦੀ ਛੱਤ ਤੁਸੀਂ ਦੇਖਦੇ ਪਏ ਹੋ, ਇਹਦੀ ਬਣਤਰ ਤੁਸੀਂ ਦੇਖਦੇ ਪਏ ਹੋ। ਔਰ ਇੱਥੋਂ ਤੱਕ ਕਿ ਤੁਸੀਂ ਇਹਦੀ ਦਰਵਾਜ਼ੇ ਦੀ ਬਣਤਰ ਵੀ ਦੇਖੋ, ਇਹ ਬਿਲਕੁਲ ਉਹੀ ਦਰਵਾਜ਼ਾ ਅਜੇ ਤੱਕ ਜਿਹੜਾ ਹੈ ਉਹ ਸੰਭਾਲ ਕੇ ਰੱਖਿਆ ਗਿਆ ਹੈ। ਔਰ ਇਸ ਦਰਵਾਜ਼ੇ ਨੂੰ ਤੁਸੀਂ ਦੇਖਦੇ ਹੋ, ਇਹ ਬਿਲਕੁਲ ਉਸ ਸਮੇਂ ਦਾ ਹੀ ਦਰਵਾਜ਼ਾ ਹੈ। ਇਸ ਤਰ੍ਹਾਂ ਇਸ ਪਾਸੇ ਨੂੰ ਬੰਦ ਕਰਕੇ ਔਰ ਇਹ ਇਸ ਜਗ੍ਹਾ ਦੇ ਉੱਪਰੋਂ ਇਹਨੂੰ ਲੌਕ ਕੀਤਾ ਜਾਂਦਾ ਸੀ ਤਾਂ ਕਿ ਜਿਹੜੇ ਅੰਦਰ ਜਿਹਨੂੰ ਬੰਦ ਕੀਤਾ ਗਿਆ ਉਹ ਬਾਹਰ ਨਾ ਨਿਕਲ ਸਕੇ। ਇਹ ਬਿਲਕੁਲ ਉਹ ਤੁਸੀਂ ਕੁੰਡਾ ਦੇਖਦੇ ਹੋ, ਇਸ ਪਾਸੇ ਨੂੰ ਇੱਥੋਂ ਨਿਕਲ ਆਉਂਦਾ ਹੈ ਤੇ ਦਰਵਾਜ਼ੇ ਦੇ ਇੱਥੇ ਜਾ ਕੇ ਇਹ ਬੰਦ ਹੋ ਜਾਂਦਾ ਹੈ। ਸੋ ਇਹ ਦਰਵਾਜ਼ਾ ਬੰਦ ਕਰਕੇ ਅੰਦਰ ਸਤਿਕਾਰਯੋਗ ਮਾਤਾ ਜੀ, ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਇੱਥੇ ਕੈਦ ਕਰਕੇ ਰੱਖਿਆ ਗਿਆ ਹੈ ਇਸ ਸਥਾਨ ਦੇ ਉੱਪਰ। ਔਰ ਬਾਹਰੋਂ ਜਿਹੜੀ ਸੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ, ਬਿਲਕੁਲ ਬੜੀ ਸੁੰਦਰ ਇਮਾਰਤ ਇੱਥੇ ਬਣਾਈ ਗਈ, ਪਰ ਉਸ ਕੋਤਵਾਲੀ ਨੂੰ ਅਜੇ ਵੀ ਉਸੇ ਹੀ ਤਰ੍ਹਾਂ ਬਰਕਰਾਰ ਰੱਖਿਆ ਗਿਆ ਹੈ। ਆਪ ਜੀ ਇਹਦੇ ਚਾਰ ਸਫੇਰੇ ਤੁਹਾਨੂੰ ਇਸ ਸਥਾਨ ਦੇ ਅਸੀਂ ਦਰਸ਼ਨ ਕਰਾ ਰਹੇ ਹਾਂ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਪ੍ਰਵਾਹ ਜਿਹੜੇ ਨੇ ਉਹ ਨਿਰੰਤਰ ਅੰਦਰ ਚੱਲਦੇ ਰਹਿੰਦੇ ਨੇ। ਸਾਧ ਸੰਗਤ ਜੀ, ਇਸ ਸਥਾਨ ਤੇ ਸਾਡੇ ਨਾਲ ਜੁੜੇ ਨੇ ਭਾਈ ਅਜੀਤ ਸਿੰਘ ਜੀ। ਆਓ ਆਪਾਂ ਫਤਿਹ ਦੀ ਸਾਂਝ ਕਰਦੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਸਥਾਨ ਤੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਬਤੀਤ ਕੀਤੀ ਹੈ। ਸੋ ਉਹ ਇਤਿਹਾਸ ਜਿਹੜਾ ਸੀ ਆਪ ਦੀ ਸੰਗਤ ਨੂੰ ਸਰਵਣ ਕਰਾਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਪਰਿਵਾਰ ਵਿਛੋੜਾ ਸਰਸਾ ਨਦੀ ਤੇ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘ ਤੇ ਹੋਰ 5 ਪਿਆਰੇ ਜੋ ਚਮਕੌਰ ਦੀ ਗੜੀ ਨੂੰ ਰਵਾਨਾ ਹੋ ਗਏ। ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਰਸਾ ਨਦੀ ਤੋਂ ਕੌਮੀ ਮਾਛੀ ਦੀ ਝੁੱਗੀ ਵਿੱਚ ਇੱਕ ਰਾਤ ਕੱਟ ਕੇ ਦੂਸਰੇ ਦਿਨ ਜੋ ਗੰਗੂ ਦਾ ਪਿੰਡ ਸਹੇੜੀ, ਉੱਥੇ ਆ ਕੇ ਗੰਗੂ ਦੇ ਘਰ ਵਿਸ਼ਰਾਮ ਕੀਤਾ। ਉਹਨਾਂ ਨੇ ਜਦੋਂ ਧਨ ਚਰਾ ਲਿਆ, ਮੋਹਰਾਂ ਚਰਾ ਲਈਆਂ, ਮਾਤਾ ਜੀ ਨੇ ਕਹਿਣ 'ਤੇ ਵੀ ਉਹ ਨਾ ਰੁਕੇ। ਉਹਨਾਂ ਨੇ ਇੱਥੇ ਗੁਰਦੁਆਰਾ ਜੋ ਕੋਤਵਾਲੀ ਸਾਹਿਬ ਹੈ, ਉਸ ਟਾਈਮ ਇਹ ਠਾਣਾ ਸੀ ਕੋਤਵਾਲ ਦਾ, ਜਾਨੀ ਖਾਂ ਮਾਨੀ ਖਾਂ ਠਾਣੇਦਾਰ ਸਨ। ਗੰਗੂ ਨੇ ਸਹੇੜੀ ਪਿੰਡ ਤੋਂ ਆ ਕੇ ਇੱਥੇ ਰਬਟ ਕਰ ਦਿੱਤੀ ਅਤੇ ਇੱਥੋਂ ਜਾਨੀ ਖਾਂ ਮਾਨੀ ਖਾਂ ਨਾਲ ਪੁਲਿਸ ਨੂੰ ਲੈ ਕੇ ਮਾਤਾ ਗੁਜਰ ਕੌਰ ਅਤੇ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਕਮਰੇ ਵਿੱਚ ਜੋ ਕੋਤਵਾਲੀ ਸਾਹਿਬ ਦੇ ਨਾਲ ਜਾਣਿਆ ਜਾਂਦਾ ਹੈ, ਇਹ ਉਹੀ ਮੌਜੂਦਾ ਕਮਰਾ ਹੈ। ਗੁਰਦੁਆਰਾ ਇਤਿਹਾਸਕ ਬਣ ਗਿਆ ਹੈ। ਇੱਥੇ ਦਿਨ ਰਾਤ ਸੰਗਤਾਂ ਲੜੀ ਦੇ ਰੂਪ ਵਿੱਚ ਅਖੰਡ ਪਾਠ ਕਰਵਾਉਂਦੇ ਹਨ। ਇਸ ਰਾਤ ਇੱਕ ਕੱਟਣ ਤੋਂ ਬਾਅਦ ਮਾਤਾ ਗੁਜਰ ਕੌਰ, ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਰਹੰਦ ਬੰਨੀ ਲੈ ਗਏ।
ਸੋ ਬਹੁਤ ਬਹੁਤ ਧੰਨਵਾਦ ਜੀ ਬਾਬਾ ਅਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਇਸ ਸ਼ਹਾਦਤ ਭਰੇ ਸਫ਼ਰ ਨੂੰ, ਸਾਹਿਬਜ਼ਾਦੇ ਨੇ ਕਿਵੇਂ ਇਸ ਸ਼ਹਾਦਤ ਦਾ ਸਫ਼ਰ ਜਿਹੜਾ ਸੀ ਉਹ ਤੈਅ ਕੀਤਾ ਹੈ। ਸੋ ਇੱਥੋਂ ਜਿਹੜਾ ਸੀ ਮਰਿੰਡੇ ਤੋਂ ਤੋਰ ਕਰਕੇ ਸਰਹੰਦ ਤੱਕ ਲੈ ਕੇ ਜਾਂਦੇ ਨੇ। ਦੁਨਾ ਸਿੰਘ ਹੰਡੋਰੀਆ ਇਹ ਗੱਲ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦੇ ਜਿਹੜੇ ਨੇ ਉਹ ਉਸ ਅਸਥਾਨ 'ਤੇ ਪਹੁੰਚੇ ਜਿਹਨੂੰ ਅਸੀਂ ਸਰਹੰਦ ਕਹਿੰਦੇ ਆ, ਉਸ ਵੇਲੇ ਸਾਹਿਬਜ਼ਾਦਿਆਂ ਦੇ ਹੱਥਾਂ ਤੇ ਪੈਰਾਂ ਦੇ ਵਿੱਚੋਂ ਖੂਨ ਜਿਹੜਾ ਸੀ ਉਹ ਨਿਕਲ ਰਿਹਾ ਸੀ, ਕਿਉਂਕਿ ਨਾਜ਼ੁਕ ਜਿਹੇ ਹੱਥ ਸੀ, ਛੋਟੀ ਜੀ ਉਮਰ ਹੈ ਤੇ ਲੋਹੇ ਦੀਆਂ ਬੇੜੀਆਂ ਦੇ ਨਾਲ ਲੰਮਾ ਸਫ਼ਰ ਕਰਕੇ ਜਿਹੜਾ ਸੀ ਉਹ ਸਰਹੰਦ ਤੱਕ ਪਹੁੰਚੇ ਨੇ। ਸੋ ਅਸੀਂ ਦੇਖਦੇ ਹਾਂ ਕਿ ਜਿਵੇਂ ਇਹ ਇਸ ਕੁਤਵਾਲੀ ਸਾਹਿਬ ਦੀ ਫੋਟੋ ਜਿਹੜੀ ਆ ਉਹ ਇਸ ਸਥਾਨ ਤੇ ਲਗਾਈ ਗਈ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਥੇ ਕਿਵੇਂ ਇੱਕ ਰਾਤ ਜਿਹੜੀ ਹੈ ਗੁਜ਼ਾਰੀ ਹੈ। ਕਿ ਭਾਵੇਂ ਕਿ ਦੁਨਾ ਸਿੰਘ ਹੰਡੋਰੀਆ ਦੇ ਮੁਤਾਬਕ ਇਹ ਲਿਖਿਆ ਗਿਆ ਹੈ ਕਿ ਤੋਮਰ ਕਪੜਾ 4 ਦਿਨੀ ਮਾਤ ਗੁਜਰੀ ਬਾਂਧ ਲੈਣੀ, ਤੋਮਰ ਕਪੜਾ 4 ਦਿਨੀ, ਕਿ ਬੋਰੀ ਦੇ ਵਿੱਚ ਪਾ ਕਰਕੇ ਹੀ ਰਾਤ ਜਿਹੜਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਇੱਥੇ ਰੱਖਿਆ ਗਿਆ ਸੀ। ਸੋ ਇਹ ਇਸ ਪਾਵਨ ਅਸਥਾਨ ਦੇ ਆਪ ਜੀ ਨੇ ਦਰਸ਼ਨ ਵੀ ਕਰ ਰਹੇ ਹੋ ਔਰ ਇਸ ਇਤਿਹਾਸ ਦੇ ਵੀ ਆਪ ਜੀ ਰੂਬਰੂ ਹੋ ਰਹੇ ਹੋ, ਹਮਰਾਜ ਹੋ ਰਹੇ ਹੋ ਕਿ ਕਿਉਂਕਿ ਅਸੀਂ ਦੇਖਦੇ ਹਾਂ ਕਿ ਇੱਥੇ ਫਿਰ ਅਗਲੇਰਾ ਇਤਿਹਾਸ ਜਿਹੜਾ ਹੈ ਕਿ ਜਦੋਂ ਸਰਹੰਦ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਬਾਬਾ ਮੋਤੀ ਰਾਮ ਮਹਿਰਾ ਉਹਨਾਂ ਦੁਆਰਾ ਦੁੱਧ ਦੀ ਸੇਵਾ ਔਰ ਬਾਅਦ ਵਿੱਚ ਬਾਬਾ ਮੋਤੀ ਰਾਮ ਮਹਿਰੇ ਦੇ ਪਰਿਵਾਰ ਜੀ ਨੂੰ ਜਿਹੜਾ ਸੀ ਉਹ ਕੋਹਲੂ ਦੇ ਵਿੱਚ ਪੀੜ ਕਰਕੇ ਸ਼ਹੀਦ ਕਰਨਾ। ਸੋ ਇਹ ਸਾਡਾ ਵਿਰਸਾ ਹੈ, ਸਾਡਾ ਇਤਿਹਾਸ ਹੈ। ਸਿੱਖੀ ਦੇ ਇਤਿਹਾਸ ਨੂੰ ਜੇਕਰ ਦੇਖੀਏ ਉਹ ਕਾਗਜ਼ ਕਲਮ ਸ਼ਾਹੀ ਦੇ ਨਾਲ ਨਹੀਂ ਲਿਖਿਆ ਗਿਆ, ਇਹ ਇਤਿਹਾਸ ਖੂਨ ਦੇ ਨਾਲ ਲਿਖਿਆ ਗਿਆ। ਇਹ ਖੂਨ ਸ਼ਹੀਦਾਂ ਦਾ ਹੈ ਔਰ ਇਹ ਅੱਜ ਇਸ ਗੱਲ ਦੀ ਪੁਕਾਰ ਕਰ ਰਿਹਾ ਹੈ ਕਿ ਸਿੱਖ ਜਿਹੜਾ ਹੈ ਗੁਰੂ ਦੇ ਲੜ ਛੱਡ ਕੇ ਪਤਤ ਪੁੰਨੇ ਵਾਲੇ ਪਾਸੇ ਜਾਂ ਗਲਤ ਸੰਗਤ ਵਾਲੇ ਪਾਸੇ, ਨਸ਼ਿਆਂ ਦੀ ਦਲਦਲ ਵਾਲੇ ਪਾਸੇ ਕਿਉਂ ਜਾ ਰਿਹਾ ਹੈ, ਕਿਉਂਕਿ ਸਾਡਾ ਵਿਰਸਾ ਗੌਰਵਮਈ ਹੈ, ਸਾਡਾ ਇਤਿਹਾਸ ਗੌਰਵਮਈ ਹੈ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਜਿਹੜੇ ਪੂਰਨੇ ਸਾਡੇ ਵਾਸਤੇ ਪਾਏ ਨੇ, ਸਾਡਾ ਤਾਂ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਪੂਰਨਿਆਂ ਤੇ ਚੱਲ ਸਕੀਏ। ਅੱਜ ਦੇਖੋ ਉਸ ਸਮੇਂ ਦੇ ਹਾਲਾਤ ਤੇ ਅੱਜ ਦੇ ਹਾਲਾਤਾਂ ਦਾ ਜੇਕਰ ਜ਼ਿਕਰ ਕਰੋ ਤੇ ਅੱਜ ਉਹ ਦੁੱਖ ਨਹੀਂ ਸਾਡੇ ਜੀਵਨ ਦੇ ਵਿੱਚ, ਨਾ ਹੀ ਉਵੇਂ ਦਾ ਕੋਈ ਤਸ਼ੱਦਦ ਹੈ, ਪਰ ਫਿਰ ਵੀ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਸਤਿਗੁਰੂ ਮਹਾਰਾਜ ਜੀ ਦਾ ਲੜ ਛੱਡ ਕੇ ਤੇ ਅਸੀਂ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਕਿ ਜਿਵੇਂ ਅਸੀਂ ਸਿੱਖੀ ਤੋਂ ਕੋਹਾਂ ਦੂਰ ਜਾ ਚੁੱਕੇ ਹੋਈਏ। ਪਰ ਇਹ ਜਿਹੜੀ ਵਿਰਸਾ ਹੈ ਇਹ ਕੋਤਵਾਲੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਹੈ। ਸਾਡੇ ਬਾਬਿਆਂ ਨੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਹੋਣਾ ਨੇ ਜਿਹੜੇ ਪੂਰਨੇ ਇੱਥੇ ਪਾ ਕੇ ਗਏ ਨੇ ਕਿ ਸਿੱਖੀ ਸਿਦਕ ਨਾਲ ਨਿਭਾਉਣੀ ਹੈ, ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਉਣੀ ਹੈ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸੋ ਇਹ ਉਹ ਪਾਵਨ ਅਸਥਾਨ ਹੈ ਜਿਹੜਾ ਗੁਰਦੁਆਰਾ ਕੋਤਵਾਲੀ ਸਾਹਿਬ, ਜਿੱਥੇ ਸਾਹਿਬਜ਼ਾਦਿਆਂ ਨੇ ਉਹ ਰਾਤ ਜਿਹੜੀ ਸੀ ਉਹ ਸ਼ਹਾਦਤ ਤੋਂ ਪਹਿਲੋਂ ਵਾਲੀਆਂ ਰਾਤਾਂ ਜਿਹੜੀਆਂ ਪੜਾਅ ਦਰ ਪੜਾਅ ਜਿਹੜੀਆਂ ਸੀ ਉਹ ਬਤੀਤ ਕੀਤੀਆਂ ਨੇ। ਭਾਵੇਂ ਉਹ ਕੁੰਮੇ ਮਾਸ਼ਕੀ ਦੀ ਛੰਨ ਹੈ, ਭਾਵੇਂ ਉਹ ਸਹੇੜੀ ਵਿੱਚ ਗੰਗੂ ਦਾ ਘਰ ਹੈ, ਭਾਵੇਂ ਇਹ ਕੁਤਵਾਲੀ ਦਾ ਅਸਥਾਨ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਸ਼ਹਾਦਤ ਦਾ ਬਿਖੜਾ ਪੈਂਡਾ ਹੈ ਉਹ ਸਾਹਿਬਜ਼ਾਦੇ ਤੈਅ ਕਰਦੇ ਹੋਏ ਇੱਕ ਰਾਤ ਇਸ ਕੁਤਵਾਲੀ ਦੇ ਵਿੱਚ ਕੱਟਦੇ ਨੇ ਤੇ ਇਸ ਤੋਂ ਅਗਲੇਰਾ ਜਿਹੜਾ ਸੀ ਪੈਂਡਾ ਉਹ ਸ਼ਹਾਦਤ ਵਾਲੇ ਮੰਜ਼ਰ ਵਾਲੇ ਪਾਸੇ ਹੈ। ਸਰਹੰਦ ਦੇ ਨਵਾਬ ਦੇ ਜਿਹੜਾ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਉਹ ਬੇੜੀਆਂ ਦੇ ਵਿੱਚ ਬੰਨ੍ਹ ਕਰਕੇ ਸਰਹੰਦ ਲੈ ਕੇ ਜਾਂਦੇ ਹਨ। ਸੋ ਇੱਥੇ ਹੀ ਦਿਓ ਇਜਾਜ਼ਤ, ਅਗਲੇ ਸਫ਼ਰ ਦੇ ਨਾਲ ਅਸੀਂ ਤੁਹਾਨੂੰ ਫਿਰ ਜੋੜਦੇ ਹਾਂ ਔਰ ਗੱਲ ਕਰਾਂਗੇ ਅਗਲੇਰੇ ਇਤਿਹਾਸ ਦੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।